ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ USA ਟੀਵੀ ਤੇ ਮੈਂ ਸੁਰਭੀ। ਪੇਸ਼ ਹਾਂ ਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਕੋਲੋਰਾਡੋ ਹਮਲੇ ਤੋਂ ਬਾਅਦ ਡੋਨਾਲਡ ਟਰੰਪ ਨੇ ਦਿੱਤੀ ਚੇਤਾਵਨੀ। ਬਾਈਡਨ ਮਰ ਚੁੱਕੇ, ਅਮਰੀਕਾ 'ਚ ਘੁੰਮ ਰਿਹਾ ਉਹਨਾਂ ਦਾ ਡੁਪਲੀਕੇਟ। ਟਰੰਪ ਦੇ ਬਿਆਨ ਨੇ ਸਭ ਨੂੰ ਕੀਤਾ ਹੈਰਾਨ। G7 ਸੰਮੇਲਨ 'ਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ। ਯਾਤਰੀਆਂ ਦੀ ਖੁਸ਼ਖਬਰੀ, 13 ਹਵਾਈ ਅੱਡਿਆਂ ਤੇ ਮਾਫ ਹੋਈ UDF। ਫਲਸਤੀਨ ਦੇ ਹੱਕ 'ਚ ਭਾਸ਼ਣ ਦੇਣ ਕਾਰਨ ਭਾਰਤੀ ਅਮਰੀਕੀ ਵਿਦਿਆਰਥੀਆਂ ਤੇ ਲੱਗੀ ਪਾਬੰਦੀ। ਯੂਕਰੇਨ ਦੇ ਡਰੋਨ ਹਮਲੇ ਦੇ ਜਵਾਬ 'ਚ ਪੁਤਿਨ ਦੀ ਚੇਤਾਵਨੀ, ਕਿਹਾ ਲੋੜ ਪਈ ਤਾਂ ਕਰਾਂਗੇ ਪਰਮਾਣੂ ਹਮਲਾ। ਹੁਣ ਇਹਨਾਂ ਖਬਰਾਂ ਦਾ ਵਿਸਥਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਲਡਰ ਹਮਲੇ ਦੇ ਸ਼ੱਕੀ ਮੁਹੰਮਦ ਸਾਬਰੀ ਸੋਲੀਮਾਨ ਨੂੰ ਸੰਭਾਵੀ ਦੇਸ਼ ਨਿਕਾਲਾ ਦੇਣ ਦਾ ਸੰਕੇਤ ਦਿੱਤਾ ਹੈ। ਟਰੁਥ ਸੋਸ਼ਲ ਨੂੰ ਲੈ ਕੇ ਰਿਪਬਲਿਕਨ ਨੇਤਾ ਨੇ ਕਿਹਾ ਹੈ ਕਿ ਬੋਲਡਰ ਕੋਲੋਰਾਡੋ ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਨੂੰ ਦੇਸ਼ ਤੋਂ ਗੈਰ ਕਾਨੂੰਨੀ ਅਮਰੀਕਾ ਵਿਰੋਧੀ ਕੱਟੜਪੰਥੀਆਂ ਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ। ਇਸ ਨੂੰ ਲੈ ਕੇ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਬੋਲਡਰ ਕੋਲੋਰਾਡੋ ਵਿੱਚ ਹੋਏ ਭਿਆਨਕ ਹਮਲੇ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਬਾਈਡਨ ਦੀ ਹਾਸੋਹੀਣੀ ਓਪਨ ਬਾਰਡਰ ਨੀਤੀ ਰਾਹੀਂ ਆਇਆ ਸੀ, ਜਿਸ ਨੇ ਸਾਡੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ। ਉਸ ਨੂੰ ਟਰੰਪ ਨੀਤੀ ਦੇ ਤਹਿਤ ਬਾਹਰ ਜਾਣਾ ਚਾਹੀਦਾ ਹੈ। ਅੱਤਵਾਦ ਦੇ ਕੰਮਾਂ ਤੇ ਕਾਨੂੰਨ ਦੀ ਪੂਰੀ ਹੱਦ ਤੱਕ ਮੁਕੱਦਮਾ ਚਲਾਇਆ ਜਾਵੇਗਾ। ਇਹ ਇੱਕ ਹੋਰ ਉਦਾਹਰਣ ਹੈ ਕਿ ਸਾਨੂੰ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਿਉਂ ਰੱਖਣਾ ਚਾਹੀਦਾ ਹੈ ਅਤੇ ਗੈਰ ਕਾਨੂੰਨੀ ਅਮਰੀਕੀ ਵਿਰੋਧੀ ਰੈਡੀਕਲਸ ਨੂੰ ਆਪਣੇ ਦੇਸ਼ਾਂ ਤੋਂ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ, ਮੇਰਾ ਦਿਲ ਇਸ ਭਿਆਨਕ ਦੁਖਾਂਤ ਦੇ ਪੀੜਤਾਂ ਅਤੇ ਬੋਲਡਰ ਕੋਲੋਰਾਡੋ ਦੇ ਮਹਾਨ ਲੋਕਾਂ ਪ੍ਰਤੀ ਹੈ। ਦੱਸ ਦਈਏ ਕਿ ਕੋਲੋਰਾਡੋ ਦੇ ਬੋਲਡਰ ਵਿੱਚ ਇੱਕ ਵਿਅਕਤੀ ਨੇ ਰਨ ਫॉर देयर ਲਾਈਵਸ ਨਾਂ ਦੇ ਇੱਕ ਪ੍ਰਦਰਸ਼ਨ ਤੇ ਹਮਲਾ ਕੀਤਾ, ਜਿਸ ਵਿੱਚ ਇਜ਼ਰਾਈਲੀ ਬੰਦਕਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ। ਇੱਕ ਬਾਹਰੀ ਮਾਲ ਵਿੱਚ ਹੋ ਰਹੇ ਇਸ ਪ੍ਰਦਰਸ਼ਨ ਵਿੱਚ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਬਾਅਦ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ। FBI ਨੇ ਇਸ ਘਟਨਾ ਨੂੰ ਨਿਸ਼ਾਨਾਬੱਧ ਅੱਤਵਾਦੀ ਹਮਲਾ ਦੱਸਿਆ। FBI ਦੇ ਵਿਸ਼ੇਸ਼ ਏਜੰਟ ਮਾਰਕ ਨੇ ਅਨੁਸਾਰ ਸ਼ੱਕੀ ਦੀ ਪਛਾਣ 45 ਸਾਲਾਂ ਦੇ ਮੁਹੰਮਦ ਸਾਬਰੀ ਸੋਲੀਮਨ ਵਜੋਂ ਹੋਈ ਹੈ, ਜਿਸ ਨੇ ਫ੍ਰੀ ਫਲਸਤੀਨ ਦਾ ਨਾਰਾ ਲਗਾਇਆ ਸੀ ਅਤੇ ਹਮਲੇ ਵਿੱਚ ਇੱਕ ਅਸਥਾਈ ਫਲੇਮ ਥਰੋਵਰ ਦੀ ਵਰਤੋਂ ਕੀਤੀ ਸੀ। ਹਮਲੇ ਤੋਂ ਬਾਅਦ ਕੀਤੀ ਗਈ ਕਾਰਵਾਈ ਵਿੱਚ ਸਾਬਰੀ ਵੀ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਉਸ ਨੂੰ ਕਿੰਨੀ ਸੱਟ ਲੱਗੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਹੈਰਾਨ ਕਰਨ ਵਾਲੀ ਪੋਸਟ ਸਾਂਝੀ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਦਾਅਵਾ ਕੀਤਾ ਹੈ ਕਿ ਜੋ ਬਾਈਡਨ 2020 ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਜੋ ਬਾਈਡਨ ਦੀ ਥਾਂ ਇੱਕ ਰੋਬੋਟ ਨੂੰ ਲਿਆਂਦਾ ਗਿਆ ਸੀ, ਜਿਸ ਨੇ ਬਾਈਡਨ ਦੀ ਜਗ੍ਹਾ ਲੈ ਲਈ ਹੈ। ਟਰੰਪ ਨੇ ਪੋਸਟ ਵਿੱਚ ਕੌਨਸਪੀਰੇਸੀ ਥਿਊਰੀ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਬਾਈਡਨ ਦਾ 2020 ਵਿੱਚ ਕਤਲ ਹੋ ਚੁੱਕਿਆ ਹੈ। ਜੋ ਅੱਜ ਦਿਖਾਈ ਦੇ ਰਹੇ ਹਨ ਉਹ ਕਲੋਨ, ਡੁਪਲੀਕੇਟ ਜਾਂ ਰੋਬੋਟ ਹਨ। ਉਹਨਾਂ ਦੇ ਅੰਦਰ ਨਾ ਤਾਂ ਆਤਮਾ ਹੈ ਅਤੇ ਨਾ ਹੀ ਦਿਮਾਗ। ਡੈਮੋਕ੍ਰੇਟਸ ਨੂੰ ਉਹਨਾਂ ਵਿਚਾਲੇ ਦਾ ਅੰਦਰ ਨਹੀਂ ਪਤਾ। ਟਰੰਪ ਦੀ ਇਹ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਸਾਬਕਾ ਰਾਸ਼ਟਰਪਤੀ ਬਾਈਡਨ ਨੇ ਮੰਨਿਆ ਸੀ ਕਿ ਉਹਨਾਂ ਨੂੰ ਪ੍ਰੋਸਟੇਟ ਕੈਂਸਰ ਹੈ। ਟਰੰਪ ਪਹਿਲਾਂ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਦੀ ਨਸਲਕੁਸ਼ੀ ਦੀਆਂ ਝੂਠੀਆਂ ਖਬਰਾਂ ਫੈਲਾ ਚੁੱਕੇ ਹਨ, ਜਿਸ ਨੂੰ ਸਰਕਾਰ ਅਤੇ ਉੱਥੋਂ ਦੇ ਫੈਕਟ ਜਾਂਚਕਰਤਾਵਾਂ ਨੇ ਰੱਦ ਕਰ ਦਿੱਤਾ ਸੀ। ਉਹਨਾਂ ਨੇ ਕਈ ਵਾਰ ਬਾਈਡਨ ਦੀ ਮਾਨਸਿਕ ਸਿਹਤ ਅਤੇ ਫੈਸਲਾ ਲੈਣ ਦੀ ਯੋਗਤਾ ਤੇ ਸਵਾਲ ਉਠਾਏ ਹਨ। ਇੱਕ ਰਿਪੋਰਟ ਦੇ ਅਨੁਸਾਰ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਉਹਨਾਂ ਨੇ ਲਗਭਗ 30,573 ਝੂਠੇ ਜਾਂ ਗੁੰਮਰਾਹਕੁਨ ਦਾਅਵੇ ਕੀਤੇ ਸਨ। ਹਰ ਰੋਜ਼ ਔਸਤਨ 21 ਝੂਠ ਬੋਲੇ। ਉਹਨਾਂ ਨੇ 2024 ਦੀ ਚੋਣ ਮੁਹਿੰਮ ਦੌਰਾਨ ਸੈਂਕੜੇ ਸਾਜ਼ਿਸ਼ਾਂ ਨੂੰ ਵੀ ਉਤਸ਼ਾਹਿਤ ਕੀਤਾ। ਇਹ ਸਭ ਰਿਪੋਰਟ 'ਚ ਸਾਹਮਣੇ ਆਇਆ ਹੈ। ਉਹਨਾਂ ਦੇ ਹਾਲੀਏ ਦਾਅਵਿਆਂ ਵਿੱਚ FBI ਨੇ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਰਚਨ ਅਤੇ 6 ਜਨਵਰੀ ਦੇ ਕੈਪੀਟਲ ਦੰਗਿਆਂ ਪਿੱਛੇ ਅਮਰੀਕੀ ਸਰਕਾਰ ਦਾ ਹੱਥ ਹੋਣ ਦੀਆਂ ਗੱਲਾਂ ਵੀ ਸ਼ਾਮਲ ਹਨ। 6 ਸਾਲਾਂ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਸਾਲ 15-17 ਜੂਨ ਨੂੰ ਕੈਨੇਡਾ ਵੱਲੋਂ ਆਯੋਜਿਤ ਕੀਤੇ ਜਾ ਰਹੇ G7 ਸੰਮੇਲਨ ਦਾ ਹਿੱਸਾ ਬਣਨ ਦੀ ਸੰਭਾਵਨਾ ਨਹੀਂ ਹੈ। ਅਲਬਰਟਾ ਵਿੱਚ ਹੋਣ ਵਾਲੀ ਮੀਟਿੰਗ ਲਈ ਕੈਨੇਡਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਸੱਦਾ ਨਹੀਂ ਆਇਆ ਹੈ, ਪਰ ਮੋਦੀ ਦੇ ਉੱਥੇ ਜਾਣ ਦੀ ਸੰਭਾਵਨਾ ਵੀ ਨਹੀਂ ਹੈ, ਖਾਸ ਕਰਕੇ ਜਦੋਂ ਭਾਰਤ ਅਜੇ ਵੀ
ਇਹ ਯਕੀਨੀ ਨਹੀਂ ਹੈ ਕਿ ਓਟਾਵਾ ਵਿੱਚ ਨਵੀਂ ਸਰਕਾਰ ਖਾਲਿਸਤਾਨੀ ਵੱਖਵਾਦੀਆਂ ਬਾਰੇ ਉਸ ਦੀਆਂ ਚਿੰਤਾਵਾਂ ਨੂੰ ਸੁਣੇਗੀ ਜਾਂ ਨਹੀਂ। ਕੈਨੇਡਾ ਦੇ G7 ਬੁਲਾਰੇ ਨੇ ਦੇਰ ਰਾਤ ਟਾਈਮਜ਼ ਆਫ ਇੰਡੀਆ ਨੂੰ ਪੁਸ਼ਟੀ ਨਹੀਂ ਕੀਤੀ ਕਿ ਕੀ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਜਾਵੇਗਾ। ਭਾਰਤ ਵੱਲੋਂ ਕਿਸੇ ਵੀ ਆਖਰੀ ਸਮੇਂ ਦੇ ਸੱਦੇ ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਲੌਜਿਸਟਿਕ ਰੁਕਾਵਟਾਂ, ਵੱਖਵਾਦੀਆਂ ਦੁਆਰਾ ਦੌਰੇ ਨੂੰ ਵਿਗਾੜਨ ਦੀਆਂ ਸੰਭਾਵਿਤ ਕੋਸ਼ਿਸ਼ਾਂ ਅਤੇ ਤਣਾਅਪੂਰਨ ਦੁਵੱਲੇ ਸਬੰਧਾਂ ਨੂੰ ਦੇਖਦੇ ਹੋਏ ਅਜਿਹਾ ਸੰਭਵ ਨਹੀਂ ਹੈ। ਉਕਤ ਮੁੱਦਿਆਂ ਨੂੰ ਮੋਦੀ ਅਤੇ ਉਹਨਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਦੋਵਾਂ ਨੇ ਸੁਧਾਰਨ ਦਾ ਵਾਅਦਾ ਕੀਤਾ ਹੈ। ਇਸ ਮੌਕੇ ਤੇ ਇੱਕ ਦੁਵੱਲੀ ਮੀਟਿੰਗ ਦੋਵਾਂ ਰਾਜਾਂ ਦੇ ਮੁਖੀਆਂ ਨੂੰ ਆਪਣੇ ਸਬੰਧਾਂ ਨੂੰ ਮੁੜ ਬਣਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਦਾ ਮੌਕਾ ਦੇ ਸਕਦੀ ਹੈ। ਕੈਨੇਡਾ ਨੇ ਸੰਮੇਲਨ ਲਈ ਮਹਿਮਾਨ ਨੇਤਾਵਾਂ ਦੇ ਨਾਵਾਂ ਦਾ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਹੈ, ਜਿਸ ਵਿੱਚ ਵਿਸ਼ਵ ਦੀਆਂ ਪ੍ਰਮੁੱਖ ਅਰਥ ਵਿਵਸਥਾਵਾਂ ਦੇ ਸਰਕਾਰ ਮੁਖੀ ਸ਼ਾਮਲ ਹੋਣਗੇ। ਹਾਲਾਂਕਿ ਕੈਨੇਡੀਅਨ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਓਟਾਵਾ ਨੇ ਆਸਟ੍ਰੇਲੀਆ, ਯੂਕਰੇਨ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਸੀ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਮੋਦੀ 2019 ਵਿੱਚ ਫਰਾਂਸ ਵੱਲੋਂ ਉਹਨਾਂ ਨੂੰ ਸੰਮੇਲਨ ਵਿੱਚ ਸੱਦਾ ਦੇਣ ਤੋਂ ਬਾਅਦ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਸਿੱਖ ਵੱਖਵਾਦੀਆਂ ਨੇ ਪਿਛਲੇ ਹਫ਼ਤੇ ਕਾਰਨੀ ਸਰਕਾਰ ਨੂੰ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੀ ਜਾਂਚ ਵਿੱਚ ਸਹਿਯੋਗ ਕਰਨ ਵਿੱਚ ਭਾਰਤ ਦੀ ਕਥਿਤ ਝਿਜਕ ਦਾ ਹਵਾਲਾ ਦਿੰਦੇ ਹੋਏ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਨਾ ਦੇਣ ਦੀ ਮੰਗ ਕੀਤੀ ਸੀ। ਅੰਤਰਰਾਸ਼ਟਰੀ ਉਡਾਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਅੰਡੇਮਾਨ ਅਤੇ ਨਿਕੋਬਾਰ ਦੇ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ 13 ਹਵਾਈ ਅੱਡਿਆਂ ਲਈ ਇੱਕ ਪ੍ਰੋਤਸਾਹਨ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇੱਕ ਅਧਿਕਾਰੀ ਨੇ ਇੱਥੇ ਇਹ ਜਾਣਕਾਰੀ ਦਿੱਤੀ ਹੈ। ਇਹ ਯੋਜਨਾ ਸੰਚਾਲਨ ਦੇ ਪਹਿਲੇ 3 ਸਾਲਾਂ ਲਈ ਲਾਗੂ ਹੋਵੇਗੀ ਤਾਂ ਜੋ ਸ਼ੁਰੂਆਤੀ ਪੜਾਅ ਲਈ ਵਿਵਹਾਰਕਰਤਾ ਪਾੜੇ ਨੂੰ ਪੂਰਾ ਕੀਤਾ ਜਾ ਸਕੇ। ਪੋਰਟ ਬਲੇਅਰ ਹਵਾਈ ਅੱਡੇ ਦੇ ਡਾਇਰੈਕਟਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲੇ ਸਾਲ ਲਈ UDF ਯਾਨੀ ਯੂਜ਼ਰ ਡਿਵੈਲਪਮੈਂਟ ਫੀਸ 100% ਮਾਫ ਕੀਤੀ ਜਾਵੇਗੀ, ਜੋ ਕਿ ਪ੍ਰਤੀ ਯਾਤਰੀ 709 ਰੁਪਏ ਹੈ। ਉਹਨਾਂ ਨੇ ਕਿਹਾ ਕਿ 180 ਯਾਤਰੀਆਂ ਦੀ ਉਡਾਨ ਸਮਰੱਥਾ ਨੂੰ ਦੇਖਦੇ ਹੋਏ ਪ੍ਰੋਤਸਾਹਨ ਯੋਜਨਾ 에ਅਰਲਾਈਨਸ ਲਈ ਪ੍ਰਤੀ ਉਡਾਨ 1,28,000 ਰੁਪਏ ਦੀ ਬਚਤ ਕਰਨ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਵੀਰ ਸਾਵਰਕਰ ਹਵਾਈ ਅੱਡੇ ਨੂੰ 1 ਅਪ੍ਰੈਲ 2007 ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਦਿੱਤਾ ਗਿਆ ਸੀ ਅਤੇ 에ਅਰ ਏਸ਼ੀਆ ਦੁਆਰਾ 16 ਨਵੰਬਰ 2024 ਨੂੰ ਕੁਆਲਾਲੰਪੁਰ ਤੋਂ ਪੋਰਟ ਬਲੇਅਰ ਲਈ ਪਹਿਲੀ ਅੰਤਰਰਾਸ਼ਟਰੀ ਉਡਾਨ ਸ਼ੁਰੂ ਕੀਤੀ ਗਈ ਸੀ, ਪਰ ਯਾਤਰੀਆਂ ਦੀ ਘੱਟ ਗਿਣਤੀ ਕਾਰਨ 에ਅਰਲਾਈਨਸ ਅੰਤਰਰਾਸ਼ਟਰੀ ਉਡਾਨਾਂ ਜਾਰੀ ਨਹੀਂ ਰੱਖ ਸਕੀਆਂ ਅਤੇ 10 ਅਪ੍ਰੈਲ 2025 ਤੋਂ ਅੰਤਰਰਾਸ਼ਟਰੀ ਉਡਾਨ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ। ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਯਾਨੀ MIT ਵਿੱਚ ਪੜ੍ਹ ਰਹੀ ਇੱਕ ਭਾਰਤੀ ਅਮਰੀਕੀ ਵਿਦਿਆਰਥਣ ਨੂੰ ਗਾਜ਼ਾ ਵਿੱਚ ਚੱਲ ਰਹੀ ਜੰਗ ਦੀ ਨਿੰਦਾ ਕਰਨ ਵਾਲਾ ਭਾਸ਼ਣ ਦੇਣ ਤੋਂ ਬਾਅਦ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਨੇ ਇਹ ਜਾਣਕਾਰੀ ਦਿੱਤੀ ਹੈ। ਗਾਜ਼ਾ ਵਿੱਚ ਚੱਲ ਰਹੀ ਜੰਗ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੀ ਸੂਚੀ ਵਿੱਚ MIT ਦੀ ਵਿਦਿਆਰਥਣ ਮੇਗਾ ਵੈਮੂਰੀ ਦਾ ਨਾਮ ਸਭ ਤੋਂ ਤਾਜ਼ਾ ਹੈ। ਵੈਮੂਰੀ ਨੇ CNN ਨੂੰ ਦੱਸਿਆ ਕਿ ਉਸ ਦੇ ਭਾਸ਼ਣ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਸ਼ੁੱਕਰਵਾਰ ਨੂੰ ਹੋਣ ਵਾਲੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ ਅਤੇ ਪ੍ਰੋਗਰਾਮ ਖਤਮ ਹੋਣ ਤੱਕ ਉਸ ਨੂੰ ਕੈਂਪਸ ਵਿੱਚ ਆਉਣ ਦੀ ਵੀ ਇਜਾਜ਼ਤ ਨਹੀਂ ਹੈ। MIT ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮੇਗਾ ਨੂੰ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ। ਇੱਕ ਸਕੂਲ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ MIT ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ, ਪਰ ਉਹ ਆਪਣੇ ਉਸ ਫੈਸਲੇ ਤੇ ਕਾਇਮ ਹੈ ਜੋ ਉਸ ਵਿਦਿਆਰਥਣ ਦੁਆਰਾ ਜਾਣਬੁੱਝ ਕੇ ਅਤੇ ਵਾਰ-ਵਾਰ ਸਮਾਰੋਹ ਪ੍ਰਬੰਧਕਾਂ ਨੂੰ ਗੁੰਮਰਾਹ ਕਰਨ ਅਤੇ ਸਟੇਜ ਤੋਂ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਦੀਆਂ ਕੋਸ਼ਿਸ਼ਾਂ ਦੇ ਜਵਾਬ ਵਿੱਚ ਲਿਆ ਗਿਆ ਸੀ। ਹਾਲਾਂਕਿ ਸਕੂਲ ਨੇ ਕਿਹਾ ਹੈ ਕਿ ਉਸ ਨੂੰ ਉਸ ਦੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਜਾਰਜੀਆ ਵਿੱਚ ਵੱਡੀ ਹੋਈ ਮੇਗਾ ਵੀਰਵਾਰ ਨੂੰ ਕੈਂਬਰਿਜ ਵਿੱਚ ਹੋਈ 1 MIT ਕਨਵੋਕੇਸ਼ਨ ਵਿੱਚ ਇੱਕ ਬੁਲਾਰਨ ਸੀ, ਜਿੱਥੇ ਉਹ ਆਪਣੇ ਕਨਵੋਕੇਸ਼ਨ ਗਾਊਨ ਉੱਤੇ ਕੈਫੀਆ ਪਹਿਨ ਕੇ ਸਟੇਜ ਪਹੁੰਚੇ। ਕੈਫੀਆ ਨੂੰ ਫਲਸਤੀਨ ਦੇ ਸਮਰਥਨ ਵਿੱਚ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੇਗਾ ਨੇ ਗਾਜ਼ਾ ਵਿੱਚ ਚੱਲ ਰਹੀ ਜੰਗ ਦਾ ਵਿਰੋਧ ਕਰਨ ਲਈ ਆਪਣੇ ਸਾਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਇਜ਼ਰਾਈਲ ਦੇ ਨਾਲ ਯੂਨੀਵਰਸਿਟੀ ਦੇ ਸਬੰਧਾਂ ਦੀ ਆਲੋਚਨਾ ਕੀਤੀ। MIT ਦੇ ਇੱਕ ਬੁਲਾਰੇ ਨੇ CNN ਨੂੰ ਦੱਸਿਆ ਕਿ ਮੇਗਾ ਦੁਆਰਾ ਦਿੱਤਾ ਗਿਆ ਭਾਸ਼ਣ ਉਸ ਦੇ ਦੁਆਰਾ ਪਹਿਲਾਂ ਪ੍ਰਦਾਨ ਕੀਤੇ ਗਏ ਭਾਸ਼ਣ ਦੀ ਕਾਪੀ ਨਾਲ ਮੇਲ ਨਹੀਂ ਖਾਂਦਾ। ਮੇਗਾ ਨੇ ਕਿਹਾ ਕਿ ਉਹ ਸਟੇਜ ਤੇ ਜਾਣ ਦੀ ਇਜਾਜ਼ਤ ਨਾ ਮਿਲਣ ਤੋਂ ਨਿਰਾਸ਼ ਨਹੀਂ ਹੈ। ਉਸਨੇ ਕਿਹਾ ਉਹਨੂੰ ਇੱਕ ਅਜਿਹੀ ਸੰਸਥਾ ਦੀ ਸਟੇਜ ਤੇ ਜਾਣ ਦੀ ਕੋਈ ਲੋੜ ਨਹੀਂ ਹੈ ਜੋ ਇਸ ਨਸਲਕੁਸ਼ੀ 'ਚ ਸ਼ਾਮਲ ਹੈ। ਉਸਨੇ ਕਿਹਾ ਕਿ ਉਹ ਨਿਰਾਸ਼ ਹੈ ਕਿ MIT ਅਧਿਕਾਰੀਆਂ ਨੇ ਉਸ ਨੂੰ ਬਿਨਾਂ ਕਿਸੇ ਦੋਸ਼ ਜਾਂ ਉਚਿਤ ਪ੍ਰਕਿਰਿਆ ਦੇ ਸਜ਼ਾ ਦਿੱਤੀ।
ਕੌਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਨੇ ਯੂਨੀਵਰਸਿਟੀ ਦੇ ਮੇਗਾ ਨੂੰ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਰੂਸ ਯੂਕਰੇਨ ਜੰਗ ਨੇ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਮੋੜ ਲਿਆ ਜਦੋਂ 1 ਜੂਨ 2025 ਨੂੰ ਯੂਕਰੇਨ ਨੇ ਆਪਰੇਸ਼ਨ ਸਪਾਈਡਰ ਵੈਬ ਤਹਿਤ ਰੂਸ ਦੇ ਅੰਦਰ 4 ਵੱਡੇ ਫੌਜੀ ਹਵਾਈ ਅੱਡਿਆਂ ਤੇ ਡਰੋਨ ਹਮਲੇ ਕੀਤੇ। ਇਸ ਹਮਲੇ ਨੇ 41 ਰੂਸੀ ਫੌਜੀ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ, ਜਿਨ੍ਹਾਂ ਵਿੱਚ Tu-95, Tu-22, M3, Tu-160 ਅਤੇ A-50 ਵਰਗੇ ਰਣਨੀਤਿਕ ਬੰਬਾਰ ਵੀ ਸ਼ਾਮਲ ਸਨ। ਇਸ ਕਾਰਵਾਈ ਵਿੱਚ ਕੁੱਲ 117 ਡਰੋਨ ਵਰਤੇ ਗਏ ਸਨ ਜੋ ਰੂਸੀ ਸਰਹੱਦ ਦੇ ਅੰਦਰ ਲੁਕੇ ਹੋਏ ਸਨ। ਯੂਕਰੇਨੀਅਨ ਸੁਰੱਖਿਆ ਸੇਵਾ ਨੇ ਇਹ ਹਮਲਾ ਕੀਤਾ ਜੋ ਕਿ ਲਗਭਗ 18 ਮਹੀਨਿਆਂ ਦੀ ਯੋਜਨਾਬੰਦੀ ਦਾ ਨਤੀਜਾ ਸੀ। ਇਸ ਹਮਲੇ ਨਾਲ ਰੂਸ ਨੂੰ ਲਗਭਗ $7 ਬਿਲੀਅਨ ਦਾ ਨੁਕਸਾਨ ਹੋਇਆ ਹੈ। ਇਹ ਹਮਲਾ ਸਾਈਬੇਰੀਆ ਵਿੱਚ ਸਥਿਤ ਰੂਸ ਦੇ ਸਭ ਤੋਂ ਮਹੱਤਵਪੂਰਨ ਫੌਜੀ ਠਿਕਾਣਿਆਂ ਵਿੱਚੋਂ ਇੱਕ ਬੇਲਾਇਆ 에ਅਰਬੇਸ ਤੱਕ ਪਹੁੰਚਿਆ। ਇਸ ਨਾਲ ਰੂਸ ਦੀ ਲੰਬੀ ਦੂਰੀ ਦੀ ਮਿਜ਼ਾਈਲ ਸਮਰੱਥਾ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ। ਇਸ ਹਮਲੇ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਯੂਕਰੇਨ ਨੂੰ ਸਖਤ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਯੂਕਰੇਨ ਨੇ ਯੁੱਧ ਨੂੰ ਸੱਦਾ ਦੇ ਕੇ ਸਭ ਤੋਂ ਵੱਡੀ ਗਲਤੀ ਕੀਤੀ ਹੈ। ਦੁਨੀਆ ਇਸ ਯੁੱਧ ਨੂੰ ਯਾਦ ਰੱਖੇਗੀ ਅਤੇ ਲੋੜ ਪੈਣ ਤੇ ਪਰਮਾਣੂ ਬੰਬਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਅਸੀਂ ਮਜ਼ਬੂਤ ਹਾਂ ਅਤੇ ਓਰੀਓਨਿਕ ਦੀ ਵਰਤੋਂ ਅੱਜਕੱਲ ਜਾਂ ਜਦੋਂ ਵੀ ਲੋੜ ਪਵੇਗੀ ਸੰਭਵ ਹੈ। ਪੁਤਿਨ ਨੇ ਇਹ ਵੀ ਕਿਹਾ ਕਿ ਜੇਕਰ ਪੱਛਮੀ ਦੇਸ਼ ਯੂਕਰੇਨ ਨੂੰ ਪਰਮਾਣੂ ਹਥਿਆਰ ਪ੍ਰਦਾਨ ਕਰਦੇ ਹਨ ਤਾਂ ਰੂਸ ਸਾਰੇ ਉਪਲਬਧ ਹਥਿਆਰਾਂ ਦੀ ਵਰਤੋਂ ਕਰੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਰੂਸ ਦੀ ਪਰਮਾਣੂ ਨੀਤੀ ਬਦਲ ਦਿੱਤੀ ਗਈ ਹੈ ਅਤੇ ਜੇਕਰ ਰੂਸ ਦੀ ਪ੍ਰਭੂਸੱਤਾ ਜਾਂ ਖੇਤਰੀ ਅਖੰਡਤਾ ਨੂੰ ਖਤਰਾ ਪੈਦਾ ਹੁੰਦਾ ਹੈ ਤਾਂ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਤੇ ਵਿਚਾਰ ਕਰੇਗਾ। ਯੂਕਰੇਨ ਦੇ ਇਨ੍ਹਾਂ ਹਮਲਿਆਂ ਤੋਂ ਬਾਅਦ ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੱਛਮੀ ਦੇਸ਼ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਪ੍ਰਦਾਨ ਕਰਦੇ ਹਨ ਤਾਂ ਇਹ ਸਿੱਧੇ ਤੌਰ ਤੇ ਰੂਸ ਨਾਲ ਯੁੱਧ ਵੱਲ ਲੈ ਜਾਵੇਗਾ। ਮਾਹਰਾਂ ਦਾ ਮੰਨਣਾ ਹੈ ਕਿ ਇਸ ਸਥਿਤੀ ਵਿੱਚ ਪਰਮਾਣੂ ਯੁੱਧ ਦੀ ਸੰਭਾਵਨਾ ਵੱਧ ਸਕਦੀ ਹੈ। ਕੈਨੇਡਾ ਦੇ 3 ਸੂਬਿਆਂ ਵਿੱਚ ਜੰਗਲਾਂ ਦੀ ਅੱਗ ਬੇਕਾਬੂ ਹੋ ਗਈ ਹੈ। 25,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਐਤਵਾਰ ਨੂੰ ਵੀ ਕਈ ਥਾਵਾਂ ਤੇ ਅੱਗ ਬਲਦੀ ਰਹੀ। ਇਸ ਤੋਂ ਇਲਾਵਾ ਅਗਲੇ ਦਿਨ ਵੀ ਇਹ ਸਿਲਸਿਲਾ ਜਾਰੀ ਰਿਹਾ। ਧੂਏ ਕਾਰਨ ਕੈਨੇਡਾ ਤੇ ਅਮਰੀਕਾ ਦੇ ਕੁਝ ਰਾਜਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਕੱਢੇ ਗਏ ਜ਼ਿਆਦਾਤਰ ਲੋਕ ਮੈਨੀਟੋਬਾ ਤੋਂ ਸਨ। ਅੱਗ ਲੱਗਣ ਕਾਰਨ ਪਿਛਲੇ ਹਫ਼ਤੇ ਮੈਨੀਟੋਬਾ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸ਼ਨੀਵਾਰ ਤੱਕ ਮੈਨੀਟੋਬਾ ਤੋਂ ਲਗਭਗ 17,000 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ। ਅਲਬਰਟਾ ਵਿੱਚ 1300 ਅਤੇ ਸਸਕੈਚੁਆਨ ਵਿੱਚ ਲਗਭਗ 8,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋ ਨੇ ਇਸ ਬਾਰੇ ਕਿਹਾ ਹੈ ਕਿ ਅੱਗ ਗਰਮ ਖੁਸ਼ਕ ਮੌਸਮ ਕਾਰਨ ਭੜਕ ਰਹੀ ਹੈ। ਸਾਡੇ ਕੋਲ ਸੀਮਿਤ ਸਰੋਤ ਹਨ। ਸਸਕੈਚੁਆਨ ਦੇ ਪ੍ਰੀਮੀਅਰ ਨੇ ਕਿਹਾ ਕਿ ਅਗਲੇ 4 ਤੋਂ 7 ਦਿਨ ਬਹੁਤ ਮਹੱਤਵਪੂਰਨ ਹਨ। ਅੱਗ ਤੋਂ ਬਚਣ ਲਈ ਮੈਨੀਟੋਬਾ ਵਿੱਚ ਨਿਕਾਸੀ ਕੇਂਦਰ ਖੋਲੇ ਗਏ ਹਨ। ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਸਫਲਤਾ ਹਾਸਲ ਨਹੀਂ ਹੋ ਰਹੀ ਹੈ। ਵਿਨੀਪੈਗ ਨੇ ਵਿਸਥਾਪਿਤ ਲੋਕਾਂ ਲਈ ਜਨਤਕ ਇਮਾਰਤਾਂ ਖੋਲ ਦਿੱਤੀਆਂ ਹਨ। ਅਮਰੀਕੀ ਖੇਤੀਬਾੜੀ ਵਿਭਾਗ ਦੀ ਜੰਗਲਾਤ ਸੇਵਾ ਨੇ ਅਲਬਰਟਾ ਵਿੱਚ ਹਵਾਈ ਟੈਂਕਰ ਤੈਨਾਤ ਕੀਤੇ ਹਨ। ਅਮਰੀਕਾ ਕੈਨੇਡਾ ਨੂੰ 150 ਅੱਗ ਬੁਝਾਉਣ ਦਸਤੇ ਅਤੇ ਉਪਕਰਨ ਭੇਜੇਗਾ। ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਅਨੁਸਾਰ ਐਤਵਾਰ ਨੂੰ ਅਮਰੀਕਾ ਦੇ ਉੱਤਰੀ ਡਕੋਟਾ, ਮੋਂਟਾਨਾ, ਮਿਨੀਸੋਟਾ, ਦੱਖਣੀ ਡਕੋਟਾ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ। ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਤੋਂ ਲਗਭਗ 230 ਕਿਲੋਮੀਟਰ ਦੱਖਣ ਵਿੱਚ ਨਸਮਾ ਪਿੰਡ ਨੇੜੇ ਮਾਰੂਥਲ ਵਿੱਚ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 50 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਲੀਬੀਆ ਦੇ ਗ੍ਰਹਿ ਮੰਤਰਾਲੇ ਨੇ ਫੇਸਬੁੱਕ ਤੇ ਪ੍ਰਕਾਸ਼ਿਤ ਇੱਕ ਬਿਆਨ ਵਿੱਚ ਕਿਹਾ ਕਿ ਨਸਮਾ ਨੇੜੇ ਖਸਤਾ ਘਾਟੀ ਖੇਤਰਾਂ ਵਿੱਚ ਬਾਰਡਰ ਗਾਰਡ ਗਸ਼ਤ ਤੈਨਾਤ ਕੀਤੀ ਗਈ ਸੀ, ਜਿਸ ਦਾ ਉਦੇਸ਼ ਖੇਤਰ ਵਿੱਚ ਸੁਰੱਖਿਆ ਯੋਜਨਾ ਨੂੰ ਲਾਗੂ ਕਰਨਾ ਅਤੇ ਖਸਤਾ ਮਾਰੂਥਲ ਰਸਤਿਆਂ ਰਾਹੀਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਕੰਟਰੋਲ ਕਰਨਾ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ 50 ਪ੍ਰਵਾਸੀਆਂ ਨੂੰ ਜ਼ਰੂਰੀ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਲਈ ਇੱਕ ਰਿਸੈਪਸ਼ਨ ਸੈਂਟਰ ਨੂੰ ਸੌਂਪਣ ਤੋਂ ਪਹਿਲਾਂ ਮਾਨਵਤਾਵਾਦੀ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਇਹ ਜ਼ਿਕਰਯੋਗ ਹੈ ਕਿ 2011 ਵਿੱਚ ਲੰਬੇ ਸਮੇਂ ਤੋਂ ਸ਼ਾਸਕ ਗਦਾਫੀ ਨੂੰ ਸੱਤਾ ਤੋਂ ਬੇਦਖਲ ਕਰਨ ਤੋਂ ਬਾਅਦ ਅਸੁਰੱਖਿਆ ਅਤੇ ਹਫੜਾ ਦਫੜੀ ਕਾਰਨ ਲੀਬੀਆ ਭੂ-ਮੱਧ ਸਾਗਰ ਪਾਰ ਕਰਕੇ ਯੂਰੋਪੀਅਨ ਕਿਨਾਰੇ ਤੇ ਜਾਣ ਵਾਲੇ ਪ੍ਰਵਾਸੀਆਂ ਲਈ ਇੱਕ ਹੌਟਸਪੌਟ ਬਣ ਗਿਆ ਹੈ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੇ ਆંકੜਿਆਂ ਅਨੁਸਾਰ ਇਸ ਸਾਲ ਹੁਣ ਤੱਕ 9,285 ਪ੍ਰਵਾਸੀਆਂ ਨੂੰ ਰੋਕਿਆ ਗਿਆ ਅਤੇ ਲੀਬੀਆ ਵਾਪਸ ਭੇਜ ਦਿੱਤਾ ਗਿਆ, ਜਦਕਿ ਕੇਂਦਰੀ ਮੈਡੀਟੇਰੀਅਨ ਰੂਟ ਦੇ 160 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 234 ਹੋਰ ਲਾਪਤਾ ਹੋ ਗਏ। ਲੀਬੀਆ ਨੇ ਯੂਰੋਪੀਅਨ ਯੂਨੀਅਨ ਅਤੇ ਲੀਬੀਆ ਰਾਹੀਂ ਪ੍ਰਵਾਹ ਤੋਂ ਪ੍ਰਭਾਵਿਤ ਦੇਸ਼ਾਂ ਨੂੰ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਵਿੱਚ ਹੋਰ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ।
ਪੀਰ ਪੁਲਿਸ ਨੇ ਮਿਸੀਸਾਗਾ ਵਿੱਚ ਲੜਕੀ ਨਾਲ ਜ਼ਬਰਦਸਤੀ ਕਰਨ ਤੇ ਗਲਤ ਪਛਾਣ ਦੇ ਆਧਾਰ ਤੇ ਘਰਾਂ ਵਿੱਚ ਦਾਖਲ ਹੋ ਕੇ ਲੁੱਟ-ਖੋਹ ਕਰਨ ਨਾਲ ਜੁੜੇ ਦੋ ਵੱਖੋ-ਵੱਖਰੇ ਮਾਮਲਿਆਂ ਵਿੱਚ 3 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅਗਲੇ ਦਿਨੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਲੜਕੀ ਨਾਲ ਜ਼ੋਰ ਜ਼ਬਰਦਸਤੀ ਕਰਨ ਵਾਲੇ ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਤਾਲੀਵਾਲ ਵਜੋਂ ਹੋਈ ਹੈ। ਤਾਲੀਵਾਲ ਤੇ ਦੋਸ਼ ਹੈ ਕਿ ਉਸਨੇ ਲੰਘੇ ਮਹੀਨੇ ਘਰ ਦੀ ਸਫਾਈ ਲਈ ਲੜਕੀ ਨੂੰ ਸੱਦਿਆ। ਘਟਨਾ ਮੌਕੇ ਉਹ ਘਰ ਵਿੱਚ ਇਕੱਲਾ ਸੀ। ਇਸ ਦੌਰਾਨ ਉਸਨੇ ਪੀੜਿਤ ਲੜਕੀ ਨਾਲ ਜ਼ਬਰਦਸਤੀ ਕੀਤੀ ਤੇ ਸੱਟਾਂ ਵੀ ਮਾਰੀਆਂ। ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਿਸ ਨੇ ਪੀੜਿਤ ਲੜਕੀ ਦੀ ਸ਼ਿਕਾਇਤ ਦੀ ਜਾਂਚ ਮਗਰੋਂ ਮੁਲਜ਼ਮ ਉਤੇ 4 ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਤਰਜਮਾਨ ਮੁਤਾਬਕ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਲੁੱਟ-ਖੋਹ ਦੇ ਇੱਕ ਹੋਰ ਮਾਮਲੇ ਵਿੱਚ ਪੁਲਿਸ ਨੇ 2 ਪੰਜਾਬੀ ਨੌਜਵਾਨ ਬਰੈਂਪਟਨ ਵਾਸੀ ਅਭਿਜੋਤ ਸਿੰਘ ਅਤੇ ਮਿਸੀਸਾਗਾ ਵਾਸੀ ਰਿਦਮਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੇ ਦੋਸ਼ ਹਨ ਕਿ ਉਹ ਜਾਲੀ ਪਛਾਣ ਵਾਲੇ ਸੋਸ਼ਲ ਮੀਡੀਆ ਖਾਤੇ ਬਣਾ ਕੇ ਲੋਕਾਂ ਨੂੰ ਸੁਨਸਾਨ ਥਾਂ ਤੇ ਸੱਦ ਕੇ ਲੁੱਟ-ਖੋਹ ਕਰਦੇ ਸਨ। ਮੁਲਜ਼ਮਾਂ ਨੂੰ ਅਗਲੇ ਦਿਨੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਤੇ ਗੱਲਬਾਤ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹਾਲਾਂਕਿ ਹੁਣ ਇਸ ਸੰਬੰਧੀ ਜਲਦੀ ਹੀ ਚੰਗੀ ਖਬਰ ਮਿਲਣ ਵਾਲੀ ਹੈ। ਇਹ ਗੱਲ ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੂਟਿੰਗ ਨੇ ਕਹੀ ਹੈ। ਉਹਨਾਂ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਜਲਦੀ ਹੀ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਦਰਅਸਲ ਹਾਵਰਡ ਲੂਟਿੰਗ ਨੇ ਸੋਮਵਾਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਆਯੋਜਿਤ ਯੂਐਸ ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਵਿੱਚ ਹਿੱਸਾ ਲਿਆ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਕਾਰ ਜਲਦੀ ਹੀ ਇੱਕ ਵਪਾਰ ਸਮਝੌਤਾ ਹੋ ਸਕਦਾ ਹੈ। ਹਾਵਰਡ ਲੂਟਿੰਗ ਨੇ ਕਿਹਾ ਕਿ ਜੋ ਦੇਸ਼ ਜਲਦੀ ਕਾਰਵਾਈ ਕਰਦੇ ਹਨ ਉਹਨਾਂ ਨੂੰ ਬਿਹਤਰ ਮੌਕਾ ਮਿਲਦਾ ਹੈ ਤੇ ਉਹ ਇਸ ਲਈ ਭਾਰਤ ਦੀ ਸ਼ਲਾਘਾ ਕਰਦੇ ਹਨ। ਪਹਿਲਾ ਵਪਾਰ ਸਮਝੌਤੇ ਤੇ ਦਸਤਖਤ ਕਰਨ ਵਿੱਚ 2-3 ਸਾਲ ਲੱਗਦੇ ਸਨ, ਪਰ ਹੁਣ ਅਸੀਂ ਇਸ ਨੂੰ 1 ਮਹੀਨੇ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇੱਕ ਅਜਿਹਾ ਤਰੀਕਾ ਲੱਭ ਲਿਆ ਹੈ ਜੋ ਦੋਵਾਂ ਦੇਸ਼ਾਂ ਲਈ ਲਾਭਦਾਇਕ ਸਾਬਤ ਹੋਵੇਗਾ। ਅਜਿਹੀ ਸਥਿਤੀ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਜਲਦੀ ਹੀ ਇੱਕ ਵਪਾਰ ਸਮਝੌਤਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਉਹ ਭਾਰਤ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਉਹ ਇੱਕ ਕਰੀਬੀ ਦੋਸਤ ਨਿਕੇਸ਼ ਅਰੋੜਾ ਵੀ ਭਾਰਤ ਵਿੱਚ ਰਹਿੰਦਾ ਹੈ। ਉਹਨਾਂ ਨੇ ਕਿਹਾ ਅਸੀਂ ਅਕਸਰ ਉੱਥੇ ਕਾਰ ਪਾਰਟੀਆਂ ਕਰਦੇ ਹਾਂ ਅਤੇ ਕ੍ਰਿਕਟ ਖੇਡਦੇ ਹਾਂ। ਭਾਰਤ ਵਿੱਚ ਬਿਤਾਇਆ ਹਰ ਪਲ ਮੇਰੇ ਲਈ ਬਹੁਤ ਖਾਸ ਅਤੇ ਯਾਦਗਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਗੱਲ ਕਰਦਿਆਂ ਹਾਵਰਡ ਕਹਿੰਦੇ ਹਨ ਕਿ ਦੋਵਾਂ ਨੇਤਾਵਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਲੋਕਾਂ ਨੇ ਭਾਰੀ ਬਹੁਮਤ ਦਿੱਤਾ ਹੈ। ਦੁਨੀਆ ਵਿੱਚ ਬਹੁਤ ਘੱਟ ਨੇਤਾ ਹਨ ਜਿਨ੍ਹਾਂ ਨੂੰ ਅਜਿਹਾ ਫਤਵਾ ਮਿਲਦਾ ਹੈ। ਇਹੀ ਕਾਰਨ ਹੈ ਕਿ ਦੋਵਾਂ ਵਿਚਕਾਰ ਆਪਸੀ ਸਬੰਧ ਮਜ਼ਬੂਤ ਹਨ ਅਤੇ ਇਸ ਨਾਲ ਸਾਡੇ ਲਈ ਵਪਾਰਕ ਸੌਦਿਆਂ ਤੇ ਦਸਤਖਤ ਕਰਨਾ ਵੀ ਆਸਾਨ ਹੋ ਜਾਵੇਗਾ। ਰੂਸ ਅਤੇ ਯੂਕਰੇਨ ਵਿਚਕਾਰ ਤੁਰਕੀ ਦੇ ਇਸਤਾਂਬੁਲ ਵਿੱਚ ਹੋਈ ਦੂਜੇ ਦੌਰ ਦੀ ਵਾਰਤਾ ਵਿੱਚ ਭਾਵੇਂ ਵੱਡੀ ਸ਼ਾਂਤੀ ਜਾਂ ਜੰਗਬੰਦੀ ਤੇ ਕੋਈ ਸਫਲਤਾ ਨਹੀਂ ਮਿਲੀ, ਪਰ ਦੋਵੇਂ ਪੱਖਾਂ ਨੇ ਕੈਦੀਆਂ ਦੀ ਵੱਡੀ ਅਦਲਾ ਬਦਲੀ ਅਤੇ ਜੰਗ 'ਚ ਮਾਰੇ ਗਏ ਯੂਕਰੇਨੀ ਸੈਨਿਕਾਂ ਦੀਆਂ ਲਗਭਗ 6000 ਲਾਸ਼ਾਂ ਵਾਪਸ ਕਰਨ ਤੇ ਸਹਿਮਤੀ ਹਾਸਲ ਕੀਤੀ ਹੈ। 6000 ਲਾਸ਼ਾਂ ਦੀ ਵਾਪਸੀ ਹੋਏਗੀ। ਰੂਸ ਨੇ ਯੂਕਰੇਨ ਨੂੰ ਵਾਅਦਾ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਤੱਕ 6000 ਯੂਕਰੇਨੀ ਸੈਨਿਕਾਂ ਦੀਆਂ ਲਾਸ਼ਾਂ ਵਾਪਸ ਕਰੇਗਾ, ਜਿਨ੍ਹਾਂ ਦੀ ਪਛਾਣ DNA ਟੈਸਟ ਰਾਹੀਂ ਹੋ ਚੁੱਕੀ ਹੈ। ਕੈਦੀਆਂ ਦੀ ਅਦਲਾ ਬਦਲੀ ਹੋਵੇਗੀ। ਦੋਵਾਂ ਪੱਖਾਂ ਨੇ ਗੰਭੀਰ ਜ਼ਖਮੀ, ਬਿਮਾਰ ਅਤੇ 25 ਸਾਲ ਤੋਂ ਘੱਟ ਉਮਰ ਦੇ ਕੈਦੀਆਂ ਦੀ 올 ਫॉर 올 ਅਦਲਾ ਬਦਲੀ ਤੇ ਸਹਿਮਤੀ ਦਿੱਤੀ ਹੈ। ਹਰ ਪਾਸੇ ਤੋਂ ਘੱਟੋ-ਘੱਟ 1000 ਲੋਕਾਂ ਦੀ ਅਦਲਾ ਬਦਲੀ ਹੋਵੇਗੀ ਅਤੇ ਸੰਭਵ ਹੈ ਕਿ ਇਹ ਗਿਣਤੀ ਜੋ ਹੈ 1200 ਤੱਕ ਵੀ ਪਹੁੰਚ ਸਕੇ। ਇਸ ਤੋਂ ਇਲਾਵਾ ਦੋਵੇਂ ਦੇਸ਼ ਸਥਾਈ ਮੈਡੀਕਲ ਕਮਿਸ਼ਨ ਬਣਾਉਣ ਤੇ ਵੀ ਸਹਿਮਤ ਹੋਏ ਹਨ, ਜੋ ਗੰਭੀਰ ਜ਼ਖਮੀ ਕੈਦੀਆਂ ਦੀ ਸੂਚੀ ਤਿਆਰ ਕਰੇਗੀ ਅਤੇ ਅਦਲਾ ਬਦਲੀ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗੀ। ਯੂਕਰੇਨ ਵੱਲੋਂ 30 ਦਿਨ ਦੀ ਪੂਰੀ ਅਤੇ ਬਿਨਾਂ ਸ਼ਰਤ ਜੰਗਬੰਦੀ ਦੀ ਮੰਗ ਕੀਤੀ ਗਈ, ਪਰ ਰੂਸ ਨੇ ਇਸ ਨੂੰ ਰੱਦ ਕਰ ਦਿੱਤਾ। ਰੂਸ ਨੇ ਕੁਝ ਖੇਤਰਾਂ ਵਿੱਚ 2-3 ਦਿਨ ਦੀ ਅਸਥਾਈ ਜੰਗਬੰਦੀ ਦੀ ਪੇਸ਼ਕਸ਼ ਕੀਤੀ ਤਾਂ ਜੋ ਲਾਸ਼ਾਂ ਦੀ ਵਾਪਸੀ ਹੋ ਸਕੇ। ਇਹ ਰੂਸ ਯੂਕਰੇਨ ਜੰਗ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਡੀ ਕੈਦੀਆਂ ਅਤੇ ਲਾਸ਼ਾਂ ਦੀ ਅਦਲਾ ਬਦਲੀ ਹੋਵੇਗੀ। ਵਾਰਤਾ ਵਿੱਚ ਸ਼ਾਂਤੀ ਜਾਂ ਪੂਰੀ ਜੰਗਬੰਦੀ ਤੇ ਕੋਈ ਤਰੱਕੀ ਨਹੀਂ ਹੋਈ, ਪਰ ਮਾਨਵਤਾਵਾਦੀ ਪੱਖ ਤੋਂ ਇਹ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਤਰਨਤਾਰਨ ਪੁਲਿਸ ਨੇ ਕਾਊਂਟਰ ਇੰਟੈਲੀਜੈਂਸੀ ਦੀ ਸੂਚਨਾ ਦੇ ਆਧਾਰ ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਨੌਜਵਾਨ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਗਗਨਦੀਪ ਸਿੰਘ ਗਗਨ ਨਾਮਕ ਉਕਤ ਨੌਜਵਾਨ ਵੱਲੋਂ ਆਪਰੇਸ਼ਨ ਸਿੰਦੂਰ ਦੌਰਾਨ ਫੌਜ ਦੀਆਂ ਗਤੀਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀ ISI ਅਤੇ ਗੋਪਾਲ ਸਿੰਘ ਚਾਵਲਾ ਨਾਲ ਸਾਂਝੀ ਕਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀਆਂ ਫੌਜੀਆਂ ਦੀ ਤੈਨਾਤੀ ਅਤੇ ਰਣਨੀਤਿਕ ਸਥਾਨਾਂ ਸਮੇਤ ਖਾਸ ਵੇਰਵੇ ਸਾਂਝੇ ਕਰਦੇ ਸੀ। ਮੁੱਢਲੀ ਜਾਂਚ ਮੁਤਾਬਕ ਗਗਨਦੀਪ ਸਿੰਘ ਪਿਛਲੇ 5 ਸਾਲਾਂ ਤੋਂ ਪਾਕਿਸਤਾਨ ਸਥਿਤ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਸੀ, ਜਿਸ ਵੱਲੋਂ ਉਸ ਨੂੰ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵਸ PIOs ਨਾਲ ਜਾਣੂ ਕਰਵਾਇਆ ਗਿਆ ਸੀ ਅਤੇ ਉਸ ਨੂੰ ਭਾਰਤੀ ਚੈਨਲਾਂ ਰਾਹੀਂ
PIOs ਤੋਂ ਭੁਗਤਾਨ ਵੀ ਮਿਲੇ ਸਨ। ਉਸੇ ਮੋਬਾਈਲ ਵਿੱਚੋਂ ਖੂਫੀਆ ਜਾਣਕਾਰੀ ਅਤੇ ISI ਦੇ ਸੰਪਰਕਾਂ ਦੀ ਵੀ ਗੱਲ ਸਾਹਮਣੇ ਆਉਣ ਬਾਰੇ ਦੱਸਿਆ ਜਾ ਰਿਹਾ ਹੈ, ਜਦਕਿ ਵੱਖ-ਵੱਖ ਏਜੰਸੀਆਂ ਵੱਲੋਂ ਉਸ ਕੋਲ ਪੁੱਛਗਿੱਛ ਦੀ ਤਿਆਰੀ ਹੈ। ਗਗਨਦੀਪ ਸਿੰਘ ਉਰਫ ਗਗਨ, ਜੋ ਰੋਡੂਪੁਰ ਮੁਹੱਲੇ ਦੇ ਗਲੀ ਨਾਜ਼ਰ ਸਿੰਘ ਵਾਲੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ, ਉਸ ਦੇ ਖਿਲਾਫ ਥਾਣਾ ਸਿਟੀ ਤਰਨਤਾਰਨ 'ਚ ਕੇਸ ਦਰਜ ਕਰ ਲਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਨੀ ਦਿਨੀ ਭਾਰਤ ਤੋਂ ਖਾਸੇ ਨਾਰਾਜ਼ ਹਨ। ਉਹਨਾਂ ਨੇ 2 ਅਮਰੀਕੀ ਕੰਪਨੀਆਂ ਐਪਲ ਅਤੇ ਟੈਸਲਾ ਨੂੰ ਭਾਰਤ ਵਿੱਚ ਨਿਰਮਾਣ ਤੋਂ ਦੂਰ ਰਹਿਣ ਲਈ ਕਿਹਾ ਹੈ। ਆਈਫੋਨ ਨਿਰਮਾਤਾ ਐਪਲ ਅਡੋਲ ਰਿਹਾ, ਪਰ ਟੈਸਲਾ ਝੁਕ ਗਿਆ। ਟਰੰਪ ਨੇ ਫਰਵਰੀ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਫੈਕਟਰੀ ਖੋਲ੍ਹਣ ਦੀ ਟੈਸਲਾ ਦੀ ਕੋਈ ਵੀ ਯੋਜਨਾ ਬਹੁਤ ਗਲਤ ਹੋਵੇਗੀ। ਐਲੋਨ ਮਸਕ ਨੇ ਉਹਨਾਂ ਦੀ ਧਮਕੀ ਨੂੰ ਗੰਭੀਰਤਾ ਨਾਲ ਲਿਆ। ਕੇਂਦਰੀ ਉਦਯੋਗ ਮੰਤਰੀ SD ਕੁਮਾਰਸਵਾਮੀ ਦਾ ਕਹਿਣਾ ਹੈ ਕਿ ਟੈਸਲਾ ਦੀ ਇਸ ਸਮੇਂ ਭਾਰਤ ਵਿੱਚ ਕਾਰਾਂ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੁਮਾਰਸਵਾਮੀ ਨੇ ਕਿਹਾ ਹੈ ਕਿ ਟੈਸਲਾ ਭਾਰਤ ਵਿੱਚ ਸਿਰਫ ਸ਼ੋਰੂਮ ਖੋਲ੍ਹਣਾ ਚਾਹੁੰਦਾ ਹੈ ਅਤੇ ਬਾਹਰੋਂ ਲਿਆ ਕੇ ਕਾਰਾਂ ਵੇਚਣਾ ਚਾਹੁੰਦਾ ਹੈ। ਮਸਕ ਪਿਛਲੇ ਕਈ ਸਾਲਾਂ ਤੋਂ ਭਾਰਤ ਵਿੱਚ ਕਾਰੋਬਾਰ ਕਰਨਾ ਚਾਹੁੰਦੇ ਹਨ, ਪਰ ਹੁਣ ਤੱਕ ਸਫਲ ਨਹੀਂ ਹੋ ਪਾਏ। ਟੈਸਲਾ ਨੇ ਹਾਲ ਹੀ ਵਿੱਚ ਭਾਰਤ ਵਿੱਚ ਕੁਝ ਸ਼ੋਰੂਮਸ ਲਈ ਜਗ੍ਹਾ ਦਾ ਫੈਸਲਾ ਕੀਤਾ। ਕੰਪਨੀ ਨੇ 2 ਦਰਜਨ ਤੋਂ ਵੱਧ ਨੌਕਰੀਆਂ ਵੀ ਦਿੱਤੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਟੈਸਲਾ ਜਲਦੀ ਹੀ ਭਾਰਤ ਵਿੱਚ ਕਾਰਾਂ ਵੇਚਣਾ ਸ਼ੁਰੂ ਕਰ ਸਕਦੀ ਹੈ। ਟੈਸਲਾ ਦੀਆਂ ਗੀਗਾ ਫੈਕਟਰੀਆਂ ਭਾਰਤ ਦੇ ਨਿਰਮਾਣ ਅਤੇ ਟੈਕਨੋਲੋਜੀ ਖੇਤਰ ਨੂੰ ਹੁਲਾਰਾ ਦੇ ਸਕਦੀਆਂ ਹਨ। ਇਨ੍ਹਾਂ ਫੈਕਟਰੀਆਂ ਵਿੱਚ EV ਬੈਟਰੀਆਂ ਅਤੇ ਚਾਰਜਿੰਗ ਸੋਲਿਊਸ਼ਨਸ ਬਣਾਏ ਜਾ ਸਕਦੇ ਹਨ। ਪਰ ਕੀ ਟੈਸਲਾ ਪੂਰੀ ਤਰ੍ਹਾਂ ਭਾਰਤ ਆਵੇਗਾ? ਇੱਕ ਵੱਡਾ ਸਵਾਲ ਹੈ। ਟੈਸਲਾ ਸਿੱਧੇ ਗ੍ਰਾਹਕਾਂ ਨੂੰ ਕਾਰਾਂ ਵੇਚਦੀ ਹੈ, ਪਰ ਭਾਰਤ ਵਿੱਚ ਕਾਰਾਂ ਡੀਲਰਾਂ ਰਾਹੀਂ ਵੇਚੀਆਂ ਜਾਂਦੀਆਂ ਹਨ। ਇਸ ਲਈ ਟੈਸਲਾ ਨੂੰ ਆਪਣਾ ਵੇਚਣ ਦਾ ਤਰੀਕਾ ਬਦਲਣਾ ਪੈ ਸਕਦਾ ਹੈ। ਕਾਰ ਖਰੀਦਣ ਤੋਂ ਬਾਅਦ ਸੇਵਾ ਪ੍ਰਦਾਨ ਕਰਨਾ ਵੀ ਬਹੁਤ ਮਹੱਤਵਪੂਰਨ ਹੈ। ਇਹ ਵੀ ਦੇਖਣਾ ਹੋਵੇਗਾ ਕਿ ਟੈਸਲਾ ਸੇਵਾ ਕਿਵੇਂ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਭਾਰਤ ਵਿੱਚ ਵਾਹਨਾਂ ਦੀ ਕੀਮਤ ਵੀ ਬਹੁਤ ਮਾਇਨੇ ਰੱਖਦੀ ਹੈ। ਇੱਥੇ ਜ਼ਿਆਦਾਤਰ ਲੋਕ 20 ਲੱਖ ਰੁਪਏ ਤੋਂ ਘੱਟ ਕੀਮਤ ਵਾਲੀਆਂ ਕਾਰਾਂ ਖਰੀਦਦੇ ਹਨ। ਸਭ ਤੋਂ ਸਸਤੀ ਟੈਸਲਾ ਮਾਡਲ 3 ਦੀ ਕੀਮਤ ਅਮਰੀਕਾ ਵਿੱਚ $42,490 ਹੈ, ਜੋ ਕਿ ਲਗਭਗ 37 ਲੱਖ ਦੇ ਕਰੀਬ ਹੈ। ਟੈਕਸ ਤੋਂ ਬਾਅਦ ਇਹ ਕਾਰ ਭਾਰਤ ਵਿੱਚ ਬਹੁਤ ਮਹਿੰਗੀ ਹੋ ਜਾਂਦੀ ਹੈ। ਸ਼ੁਰੂ ਵਿੱਚ ਇਹ ਕਾਰਾਂ ਜਰਮਨੀ ਤੋਂ ਆਯਾਤ ਕੀਤੀਆਂ ਜਾਣਗੀਆਂ। ਟੈਕਸ ਲਗਾਏ ਜਾਣ ਤੋਂ ਬਾਅਦ ਇਹਨਾਂ ਦੀ ਕੀਮਤ ਹੋਰ ਵੀ ਵੱਧ ਜਾਵੇਗੀ। ਮਸਕ ਨੇ ਜਨਵਰੀ ਵਿੱਚ 2025 ਦੇ ਪਹਿਲੇ ਅੱਧ ਵਿੱਚ ਸਸਤੇ ਮਾਡਲ ਲਾਂਚ ਕਰਨ ਦਾ ਸੰਕੇਤ ਦਿੱਤਾ ਸੀ। ਆਸਟ੍ਰੇਲੀਆਈ ਆਲਰਾਊਂਡਰ ਗਲੇਨ ਮੈਕਸਵੈਲ ਨੇ ਭਾਰਤ ਅਤੇ ਸ਼੍ਰੀਲੰਕਾ ਵਿੱਚ ਅਗਲੇ ਸਾਲ ਹੋਣ ਵਾਲੇ T20 ਵਿਸ਼ਵ ਕੱਪ ਤੋਂ ਧਿਆਨ ਕੇਂਦਰਿਤ ਕਰਨ ਲਈ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਸ ਦੌਰਾਨ ਉਸਨੇ ਕਿਹਾ ਕਿ ਉਹ ਨਿੱਜੀ ਕਾਰਨਾਂ ਕਰਕੇ ਨਹੀਂ ਖੇਡਣਾ ਚਾਹੁੰਦਾ। ਉਸ ਦਾ ਸਰੀਰ ਤੰਦਰੁਸਤ ਰਹਿਣ ਲਈ ਸੰਘਰਸ਼ ਕਰ ਰਿਹਾ ਹੈ। 36 ਸਾਲ ਦੇ ਖਿਡਾਰੀ ਨੇ ਆਸਟ੍ਰੇਲੀਆ ਲਈ 149 ਵਨਡੇ ਮੈਚ ਖੇਡੇ ਹਨ। ਇਸ ਤੋਂ ਇਲਾਵਾ ਟੋਡ ਗ੍ਰੀਨਬਰਗ CA ਦੇ ਮੁੱਖ ਕਾਰਜਕਾਰੀ ਨੇ ਮੈਕਸਵੈਲ ਨੂੰ ਇੱਕ ਰੋਮਾਂਚਕ ਅਤੇ ਪ੍ਰਭਾਵਸ਼ਾਲੀ ਇੱਕ ਰੋਜ਼ਾ ਅੰਤਰਰਾਸ਼ਟਰੀ ਕਰੀਅਰ ਦੀ ਵਧਾਈ ਦਿੱਤੀ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।